ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਏ ਸਟੱਡੀ ਨੋਟਸ ਦੇ ਉੱਪਰ ਜੀ। ਸੋ ਮਾਸਟਰ ਕਾਡਰ ਐਸਐਸਟੀ ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੂਜ਼ ਕੀਤਾ ਜੀ, ਉਹਨਾਂ ਵਾਸਤੇ ਅੱਜ ਆਪਾਂ ਲੈਸਨ ਨੰਬਰ 4 ਦੇ ਵਿੱਚ ਟੌਪਿਕ ਵਾਈਜ਼ ਰਿਗਵੈਦਿਕ ਸਭਿਅਤਾ ਦੇ ਨਾਲ ਰਿਲੇਟਡ ਇੰਪੋਰਟੈਂਟ 30 ਕੁਐਸਚਨ ਹੋਰ ਕਰਾਂਗੇ ਜੀ। ਇਸ ਤੋਂ ਪਹਿਲਾਂ ਆਪਾਂ 30 ਕੁਐਸਚਨ ਕਰ ਚੁੱਕੇ ਹਾਂ ਜੀ, ਔਰ ਸਿੰਧੂ ਘਾਟੀ ਸਭਿਅਤਾ ਦੇ ਵੀ ਆਪਾਂ ਜਿਹੜੇ 60 ਕੁਐਸਚਨ ਨੇ ਉਹ ਇੰਪੋਰਟੈਂਟ ਡਿਸਕਸ ਕਰ ਚੁੱਕੇ ਹਾਂ ਜੀ। ਔਰ ਇਸ ਤੋਂ ਇਲਾਵਾ 6 ਜਿਓਗ੍ਰਾਫੀ ਦੀਆਂ ਵੀ ਕਾफ़ी ज़्यादा ਵੀਡੀਓ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਅਪਲੋਡ ਨੇ ਜੀ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਮਾਸਟਰ ਕਾਡਰ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ। ਸੋ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੇਲਿਸਟ ਵਿੱਚ ਜਾ ਕੇ ਇਸ ਤੋਂ ਪਹਿਲਾਂ ਜਿੰਨੀਆਂ ਵੀ ਅਪਲੋਡ ਵੀਡੀਓ ਨੇ ਉਹ ਤੁਹਾਨੂੰ ਮਿਲ ਜਾਣਗੀਆਂ ਜੀ। ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਹੈ, ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਸ਼ੋ ਹੋ ਜਾਏਗੀ, ਜਿਸ ਨੂੰ ਟੱਚ ਕਰਕੇ ਤੁਸੀਂ ਉਹ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਔਰ ਉਹਨਾਂ ਦੀ ਹੈਲਪ ਦੇ ਨਾਲ ਆਪਣੀ ਮਾਸਟਰ ਕਾਡਰ ਦੀ ਪੀਐਸਟੈਟ ਦੀ ਸੀਟੈਟ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। 31 ਨੰਬਰ ਕੁਐਸਚਨ ਹੈ ਜੀ, ਰਿਗਵੈਦਿਕ ਕਾਲ ਵਿੱਚ ਜਨ ਦਾ ਮੁਖੀਆ ਹੁੰਦਾ ਸੀ। ਆਪਸ਼ਨ ਏ ਹੈ ਜੀ ਕੁਲਪਤੀ, ਬੀ ਹੈ ਜੀ ਵਿਸ਼ਪਤੀ, ਸੀ ਹੈ ਜੀ ਸ਼ਾਸਕ ਅਥਵਾ ਰਾਜਨ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਆਪਾਂ ਰਾਜਨੀਤਿਕ ਅਵਸਥਾ 'ਤੇ ਪਹੁੰਚ ਗਏ ਸੀ ਜੀ। ਇਸ ਤੋਂ ਪਹਿਲਾਂ ਆਪਾਂ ਜਿਹੜਾ ਹੈ ਆਰੀਆ ਦਾ ਓਰੀਜਨ ਕਿੱਥੋਂ ਹੋਇਆ, ਕਿਹੜੇ ਸਾਲ ਉਹ ਆਏ ਸੀ, ਵੱਖ-ਵੱਖ ਇਤਿਹਾਸਕਾਰਾਂ ਦੇ ਮੱਤ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਜੀ। ਸੋ ਰਾਜਨੀਤਿਕ ਜੀਵਨ ਦੇ ਵਿੱਚ ਆਪਾਂ ਦੱਸਣਾ ਕਿ ਜਨ ਦਾ ਮੁਖੀਆ ਕੌਣ ਹੁੰਦਾ ਸੀ, ਤਾਂ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਸ਼ਾਸਕ ਅਥਵਾ ਰਾਜਨ। ਸੋ ਯਾਦ ਰੱਖਣਾ ਕਿ ਆਰੀਆ ਦੇ ਸਮਾਜਿਕ ਜੀਵਨ ਵਾਂਗੂ ਉਹਨਾਂ ਦੇ ਰਾਜਨੀਤਿਕ ਜੀਵਨ ਦਾ ਮੂਲ ਆਧਾਰ ਵੀ ਜਿਹੜਾ ਉਹ ਪਰਿਵਾਰ ਸੀ। ਕਈ ਪਰਿਵਾਰਾਂ ਨੂੰ ਮਿਲਾ ਕੇ ਜਿਹੜਾ ਇੱਕ ਪਿੰਡ ਬਣਦਾ ਸੀ, ਜਿਸ ਦਾ ਮੁਖੀਆ ਗ੍ਰਾਮਣੀ ਕਹਾਉਂਦਾ ਸੀ ਜੀ। ਸੋ ਪਿੰਡ ਦੇ ਮੁਖੀ ਨੂੰ ਜਿਹੜਾ ਹੈ ਉਹ ਗ੍ਰਾਮਣੀ ਕਹਿੰਦੇ ਸੀ ਜੀ। ਔਰ ਫਿਰ ਕੁਛ ਪਿੰਡਾਂ ਨੂੰ ਮਿਲਾ ਕੇ ਜਿਵੇਂ ਅੱਜ ਕੱਲ੍ਹ ਬਲੋਕ ਬਣਦਾ, ਉਸ ਸਮੇਂ ਜਿਹੜਾ ਉਸਨੂੰ ਵਿਸ਼ ਕਿਹਾ ਜਾਂਦਾ ਸੀ ਜੀ। ਕੁਝ ਪਿੰਡਾਂ ਨੂੰ ਮਿਲਾ ਕੇ ਜਿਹੜਾ ਵਿਸ਼ ਬਣਦਾ ਸੀ ਜੀ, ਅਤੇ ਉਹਦਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਵਿਸ਼ਪਤੀ ਕਿਹਾ ਜਾਂਦਾ ਸੀ। ਅਤੇ ਕਈ ਵਿਸ਼ਾਂ ਨੂੰ ਮਿਲਾ ਕੇ ਫਿਰ ਇੱਕ ਜਨ ਬਣਦਾ ਸੀ ਜੀ, ਔਰ ਉਸ ਜਨ ਦੇ ਮੁਖੀ ਨੂੰ ਜਿਹੜਾ ਹੈ ਸ਼ਾਸਕ ਜਾਂ ਰਾਜਨ ਕਿਹਾ ਜਾਂਦਾ ਸੀ। ਔਰ ਜਿਹੜਾ ਉਹ ਯੁੱਧ ਦੇ ਸਮੇਂ ਆਪਣੇ ਜਨ ਦੀ ਜਿਹੜੀ ਅਗਵਾਈ ਕਰਦਾ ਸੀ ਅਤੇ ਆਪਣੇ ਜਨ ਦੇ ਲੋਕਾਂ ਨੂੰ ਗਊ ਬੈਲਾਂ ਅਤੇ ਇਲਾਕਿਆਂ ਦੀ ਰੱਖਿਆ ਕਰਨ ਵਿੱਚ ਉਹ ਸਭ ਤੋਂ ਵੱਡਾ ਜਿਹੜਾ ਉਸਦਾ ਕਰਤੱਵ ਮੰਨਿਆ ਜਾਂਦਾ ਸੀ। ਜਿਸ ਤੋਂ ਇਲਾਵਾ ਲੋਕਾਂ ਵਿੱਚ ਸ਼ਾਂਤੀ ਵਿਵਸਥਾ ਕਾਇਮ ਕਰਨਾ ਸਾਰਾ ਉਸਦਾ ਕੰਮ ਸੀ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 2 ਹੈ ਜੀ ਆਪਣਾ, ਰਿਗਵੈਦਿਕ ਕਾਲ ਵਿੱਚ ਭਰਤ, ਮਤਸਿਆ, ਕ੍ਰਿਵੀ, ਯਦੂ, ਤੁਰਵਸ਼, ਅਨੂ, ਚੇਦੀ, ਗੰਧਾਰੀ ਆਦਿ ਪ੍ਰਸਿੱਧ ਸਨ। ਆਪਸ਼ਨ ਏ ਹੈ ਜੀ ਸੈਨਿਕ ਯੋਧੇ, ਬੀ ਹੈ ਜੀ ਵਿਦਵਾਨ, ਸੀ ਹੈ ਜੀ ਕਬੀਲੇ, ਡੀ ਹੈ ਜੀ ਰਾਜ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ। ਸੋ ਕਬੀਲੇ ਸੀ ਜੀ ਇਹ ਪ੍ਰਸਿੱਧ। ਸੋ ਉਹਨਾਂ ਵਿੱਚੋਂ ਹੀ ਮੰਨਿਆ ਜਾਂਦਾ ਹੈ ਕਿ ਜਿਹੜਾ ਭਰਤ ਕਬੀਲਾ ਹੈ ਉਸੇ ਤੋਂ ਜਿਹੜਾ ਸਾਡੇ ਦੇਸ਼ ਦਾ ਨਾਂ ਭਾਰਤ ਪਿਆ ਹੈ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 3 ਹੈ ਜੀ, ਹੇਠ ਲਿਖੇ ਕਥਨਾਂ 'ਤੇ ਵਿਚਾਰ ਕਰੋ। ਪਹਿਲਾ ਹੈ ਜੀ ਰਿਗਵੈਦਿਕ ਕਾਲ ਵਿੱਚ ਰਾਜੇ ਦਾ ਪਦ ਅਕਸਰ ਜੱਦੀ ਹੁੰਦਾ ਸੀ। ਦੂਸਰਾ ਹੈ ਜੀ ਕਈ ਵਾਰ ਰਾਜਾ ਚੁਣਿਆ ਜਾਂਦਾ ਸੀ। ਆਪਸ਼ਨ ਹੈ ਜੀ ਕੇਵਲ ਪਹਿਲਾ ਸਹੀ ਹੈ, ਬੀ ਹੈ ਜੀ ਦੂਸਰਾ ਸਹੀ ਹੈ, ਤੀਸਰਾ ਜੀ ਦੋਵੇਂ ਕਥਨ ਸਹੀ ਹਨ, ਡੀ ਹੈ ਜੀ ਦੋਵੇਂ ਗਲਤ ਨੇ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ, ਦੋਵੇਂ ਕਥਨ ਜਿਹੜੇ ਸਹੀ ਨੇ। ਰਾਜੇ ਦਾ ਪਦ ਜਿਹੜਾ ਹੈ ਅਕਸਰ ਜਿਹੜਾ ਹੈ ਜੱਦੀ ਹੁੰਦਾ ਸੀ, ਬਟ ਰਿਗਵੇਦ ਦੇ ਮੰਤਰਾਂ ਤੋਂ ਪਤਾ ਲੱਗਦਾ ਕਿ ਕਈ ਵਾਰ ਜਿਹੜਾ ਰਾਜਾ ਉਹ ਚੁਣਿਆ ਵੀ ਜਾਂਦਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 4, ਰਾਜ ਅਧਿਕਾਰੀਆਂ ਵਿੱਚ ਸਭ ਤੋਂ ਪ੍ਰਸਿੱਧ ਅਧਿਕਾਰੀ ਸੀ। ਆਪਸ਼ਨ ਏ ਹੈ ਜੀ ਪ੍ਰੋਹਿਤ, ਬੀ ਹੈ ਜੀ ਸੈਨਾਨੀ ਜਾਂ ਸੈਨਾਪਤੀ, ਸੀ ਹੈ ਜੀ ਗ੍ਰਾਮਣੀ, ਡੀ ਹੈ ਜੀ ਵਿਸ਼ਪਤੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਹੈ ਜੀ ਪ੍ਰੋਹਿਤ ਜਿਹੜਾ ਹੈ ਸਭ ਤੋਂ ਉੱਪਰਲਾ ਜਿਹੜਾ ਅਧਿਕਾਰੀ ਹੈ ਉਹ ਮੰਨਿਆ ਜਾਂਦਾ ਸੀ, ਸਭ ਤੋਂ ਪ੍ਰਸਿੱਧ ਜਿਹੜਾ ਸੀ ਅਧਿਕਾਰੀ ਸੀ। ਉਹ ਰਾਜੇ ਨੂੰ ਧਾਰਮਿਕ ਕੰਮਾਂ ਦੇ ਵਿੱਚ ਸਲਾਹ ਦਿੰਦਾ ਸੀ ਅਤੇ ਰਾਜੇ ਦੇ ਯੱਗ ਕਰਵਾਉਂਦਾ ਸੀ। ਲੜਾਈ ਦੇ ਸਮੇਂ ਵੀ ਉਹ ਰਾਜੇ ਦਾ ਸਾਥ ਦਿੰਦਾ ਸੀ ਅਤੇ ਉਸਦੀ ਜਿਹੜੀ ਜਿੱਤ ਲਈ ਪ੍ਰਾਰਥਨਾ ਕਰਦਾ ਸੀ। ਰਾਜੇ ਨੂੰ ਨਿਆਂ ਦੇ ਕੰਮਾਂ ਦੇ ਵਿੱਚ ਵੀ ਉਹ ਬਹੁਮੁੱਲੀ ਸਹਾਇਤਾ ਦਿੰਦਾ ਸੀ ਔਰ ਲੋਕ ਉਸ ਦਾ ਜਿਹੜਾ ਬੜਾ ਸਨਮਾਨ ਕਰਦੇ ਸਨ। ਸੋ ਇੱਕ ਤਰ੍ਹਾਂ ਦਾ ਜਿਹੜਾ ਪ੍ਰੋਹਿਤ ਦਾ ਪਦ ਸੀ ਉਹ ਪ੍ਰਧਾਨ ਮੰਤਰੀ ਦੇ ਵਾਂਗ ਸੀ ਜੀ। ਔਰ ਉਸ ਤੋਂ ਬਾਅਦ ਜਿਹੜਾ ਅਹੁਦਾ ਹੁੰਦਾ ਸੀ ਉਹ ਸੈਨਾਨੀ ਜਾਂ ਸੈਨਾਪਤੀ ਦਾ ਹੁੰਦਾ ਸੀ। ਔਰ ਗ੍ਰਾਮਣੀ ਆਪਾਂ ਨੂੰ ਪਤਾ ਹੈ ਕਿ ਗ੍ਰਾਮ ਦਾ ਪਿੰਡ ਦਾ ਮੁਖੀਆ ਹੁੰਦਾ ਸੀ। ਵਿਸ਼ਪਤੀ ਜਿਹੜਾ ਕੁਝ ਪਿੰਡਾਂ ਨੂੰ ਮਿਲਾ ਕੇ ਵਿਸ਼ ਉਸ ਨੂੰ ਕਹਿੰਦੇ ਸੀ, ਉਸ ਦਾ ਜਿਹੜਾ ਮੁਖੀਆ ਹੁੰਦਾ ਸੀ ਉਹ ਵਿਸ਼ਪਤੀ ਹੁੰਦਾ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5 ਹੈ ਜੀ, ਰਿਗਵੇਦ ਵਿੱਚ ਕਿਹੜੀਆਂ ਦੋ ਮਹੱਤਵਪੂਰਨ ਸੰਸਥਾਵਾਂ ਸਨ। ਸੋ ਰਿਗਵੈਦਿਕ ਯੁੱਗ ਦੇ ਵਿੱਚ ਆਪਾਂ ਦੱਸਣਾ ਹੈ ਕਿ ਕਿਹੜੀਆਂ ਜਿਹੜੀਆਂ ਮਹੱਤਵਪੂਰਨ ਸੰਸਥਾਵਾਂ ਸੀ ਜੀ। ਆਪਸ਼ਨ ਏ ਜੀ ਪੰਚਾਇਤ ਅਤੇ ਪੰਚਾਇਤ ਸਮਿਤੀ, ਬੀ ਹੈ ਜੀ ਗ੍ਰਾਮਣੀ ਅਤੇ ਵਿਸ਼ਪਤੀ, ਸੀ ਹੈ ਜੀ ਸਭਾ ਅਤੇ ਸਭਾਪਤੀ, ਡੀ ਹੈ ਜੀ ਸਭਾ ਅਤੇ ਸਮਿਤੀ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ ਸਭਾ ਅਤੇ ਸਮਿਤੀ ਜੀ। ਸੋ ਦੋ ਪ੍ਰਮੁੱਖ ਰਾਜਨੀਤਿਕ ਸੰਗਠਨ ਸੀ ਜੀ
ਯਾਦ ਰੱਖਣਾ ਕਿ ਰਿਗਵੈਦਿਕ ਕਾਲ ਦੇ ਰਾਜਨੀਤਿਕ ਸੰਗਠਨ ਦੀ ਜਿਹੜੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਵਿੱਚ ਪਰਜਾ ਤੰਤਰ ਦੇ ਜਿਹੜੇ ਅੰਸ਼ ਨੇ ਉਹ ਪਾਏ ਜਾਂਦੇ ਸਨ ਔਰ ਇਹ ਦੋ ਮਹੱਤਵਪੂਰਨ ਸੰਸਥਾਵਾਂ ਸੀ ਜੀ। ਔਰ ਇਹਨਾਂ ਦੋਹਾਂ ਦੇ ਵਿੱਚ ਫਰਕ ਜਿਹੜਾ ਹੈ ਅਲੱਗ-ਅਲੱਗ ਇਤਿਹਾਸਕਾਰਾਂ ਨੇ ਅਲੱਗ-ਅਲੱਗ ਦੱਸਿਆ ਹੈ। ਏ ਬੀ ਕੀਥ ਦੇ ਅਨੁਸਾਰ ਜਿਹੜਾ ਹੈ ਦੋਵੇਂ ਵੱਖ-ਵੱਖ ਸੰਸਥਾਵਾਂ ਨਹੀਂ ਸਨ। ਰਾਜੇ ਨੂੰ ਸਲਾਹ ਦੇਣ ਦੇ ਲਈ ਇੱਕ ਸੰਮਤੀ ਹੁੰਦੀ ਸੀ, ਜਦੋਂ ਕਿ ਸਭਾ ਉਸ ਸਥਾਨ ਨੂੰ ਕਹਿੰਦੇ ਸਨ ਜਿਸ 'ਤੇ ਬੈਠਕ ਹੁੰਦੀ ਸੀ ਜੀ। ਦੂਸਰੇ ਇਤਿਹਾਸਕਾਰ ਜੀਮਰ ਨੇ ਜੀ, ਉਹਨਾਂ ਦਾ ਵਿਚਾਰ ਹੈ ਕਿ ਸੰਮਤੀ ਸਾਰੇ ਜਨ ਅਤੇ ਮਨੁੱਖਾਂ ਦਾ ਰਾਸ਼ਟਰੀ ਸੰਗਠਨ ਸੀ, ਜਦੋਂ ਕਿ ਸਭਾ ਜਿਹੜੀ ਹੈ ਉਹ ਕੇਵਲ ਗ੍ਰਾਮ ਦੇ ਮਨੁੱਖਾਂ ਦਾ ਸੰਘ ਸੀ ਜੀ। ਔਰ ਇੱਕ ਇਤਿਹਾਸਕਾਰ ਹੈ ਜੀ ਲੁਡਵਿੰਗ, ਉਹਦੇ ਅਨੁਸਾਰ ਜਿਹੜਾ ਹੈ ਸੰਮਤੀ ਸਾਰੇ ਜਨ ਦੇ ਲੋਕਾਂ ਦਾ ਸੰਗਠਨ ਸੀ, ਪਰੰਤੂ ਸਭਾ ਕੇਵਲ ਮਨੁੱਖ ਅਧਿਕਾਰੀਆਂ ਅਤੇ ਵਿਦਵਾਨਾਂ ਦੀ ਹੀ ਬੈਠਕ ਸੀ ਜੀ। ਔਰ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਇਤਿਹਾਸਕਾਰਾਂ ਨੇ ਜਿਹੜੇ ਪੇਸ਼ ਕੀਤੇ ਨੇ, ਪਰ ਮਹੱਤਵਪੂਰਨ ਗੱਲ ਹੈ ਕਿ ਸਭਾ ਅਤੇ ਸੰਮਤੀ ਜਿਹੜੀਆਂ ਨੇ ਸ਼ਾਸਨ ਦੇ ਮਾਮਲਿਆਂ ਵਿੱਚ ਕਾਫੀ ਜਿਹੜੀਆਂ ਉਹਨਾਂ ਕੋਲ ਸ਼ਕਤੀਆਂ ਹੁੰਦੀਆਂ ਸੀ ਔਰ ਉਹ ਰਾਜੇ ਦੀ ਤਾਨਾਸ਼ਾਹੀ ਉੱਤੇ ਬਹੁਤ ਵੱਡੀ ਰੋਕ ਦਾ ਕੰਮ ਕਰਦੀਆਂ ਸੀ ਔਰ ਉਹ ਰਾਜੇ ਨੂੰ ਸ਼ਾਸਨ ਪ੍ਰਬੰਧ ਵਿੱਚ ਸਲਾਹ ਅਤੇ ਸਹਾਇਤਾ ਦਿੰਦੀਆਂ ਸਨ ਅਤੇ ਰਾਜਾ ਅਕਸਰ ਜਿਹੜਾ ਉਹਨਾਂ ਦੀਆਂ ਇਛਾਵਾਂ ਦੇ ਅਨੁਸਾਰ ਹੀ ਕੰਮ ਕਰਦਾ ਸੀ ਜੀ। ਅੱਗੇ ਹੈ ਜੀ ਕੁਐਸਚਨ ਨੰਬਰ 6, ਰਿਗਵੇਦ ਵਿੱਚ ਵਰਣਨ ਯੁੱਧ ਕਿੰਨੀ ਪ੍ਰਕਾਰ ਦੇ ਹੁੰਦੇ ਸਨ ਜੀ। ਆਪਸ਼ਨ ਏ ਜੀ 2, ਬੀ ਹੈ ਜੀ 4, ਸੀ ਹੈ ਜੀ 5, ਡੀ ਹੈ ਜੀ 6। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਏ ਹੈ ਜੀ। ਸੋ ਦੋ ਤਰ੍ਹਾਂ ਦੇ ਜਿਹੜੇ ਯੁੱਧ ਹੁੰਦੇ ਸੀ, ਇੱਕ ਤਾਂ ਹੁੰਦੇ ਸੀ ਆਰੀਆ ਅਤੇ ਅਨਾਰੀਆ ਦੇ ਵਿੱਚ। ਸੋ ਜਦੋਂ ਆਰੀਆ ਭਾਰਤ ਵਿੱਚ ਆਏ ਸਨ ਤਾਂ ਉਹਨਾਂ ਨੇ ਇੱਥੋਂ ਦੇ ਮੂਲ ਵਾਸੀਆਂ ਨੂੰ ਅਰਥਾਤ ਜਿਹੜੇ ਦਾਸੂ ਸੀ, ਸੋ ਉਹਨਾਂ ਦੇ ਨਾਲ ਇਹਨਾਂ ਦਾ ਸੈਂਕੜੇ ਸਾਲ ਜਿਹੜਾ ਯੁੱਧ ਵੀ ਚੱਲਦਾ ਰਿਹਾ, ਯੁੱਧ ਲੜਨੇ ਪਏ ਅਤੇ ਦਾਸੂਆਂ ਨੇ ਆਰੀਆਂ ਦਾ ਡਟ ਕੇ ਜਿਹੜਾ ਮੁਕਾਬਲਾ ਕੀਤਾ, ਪਰੰਤੂ ਆਰੀਆ ਲੋਕ ਉਹਨਾਂ ਤੋਂ ਜ਼ਿਆਦਾ ਬਹਾਦਰ ਸਨ, ਸੋ ਉਹਨਾਂ ਨੇ ਦਾਸੂਆਂ ਨੂੰ ਹਰਾ ਦਿੱਤਾ ਜੀ। ਹਾਰ ਖਾ ਕੇ ਵੀ ਭਾਵੇਂ ਉਹਨਾਂ ਨੂੰ ਤੰਗ ਕਰਦੇ ਰਹੇ, ਪਰ ਹੌਲੀ ਹੌਲੀ ਉਹਨਾਂ ਦੇ ਸਮਾਜ ਦੇ ਵਿੱਚ ਦਾਸ ਬਣ ਕੇ ਜਿਹੜਾ ਹੈ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਔਰ ਦੂਸਰੇ ਜਿਹੜੇ ਯੁੱਧ ਹੁੰਦੇ ਸੀ ਉਹ ਆਰੀਆ ਦੇ ਆਪਸੀ ਕਬੀਲਿਆਂ ਦੇ ਯੁੱਧ ਹੁੰਦੇ ਸੀ ਜੀ। ਅੱਗੇ ਹੈ ਜੀ ਕੁਐਸਚਨ ਨੰਬਰ 7 ਹੈ ਜੀ, ਰਿਗਵੇਦ ਅਨੁਸਾਰ ਭਰਤ ਕਬੀਲੇ ਦੇ ਰਾਜੇ ਸੁਦਾਸ ਨੇ ਕਿਸ ਨਦੀ ਦੇ ਕਿਨਾਰੇ 10 ਕਬੀਲਿਆਂ ਦੇ ਸੰਘ ਨੂੰ ਬੁਰੀ ਤਰ੍ਹਾਂ ਹਰਾਇਆ। ਆਪਸ਼ਨ ਏ ਹੈ ਜੀ ਪਰਸ਼ਨੀ, ਬੀ ਹੈ ਜੀ ਜਿਹਲਮ, ਸੀ ਹੈ ਜੀ ਚਨਾਬ, ਡੀ ਹੈ ਜੀ ਸਤਲੁਜ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਆਏਗਾ ਜੀ। ਸੋ ਜਿਹੜਾ ਹੈ ਰਿਗਵੇਦ ਦੇ ਵਿੱਚ ਜ਼ਿਕਰ ਕੀਤਾ ਹੋਇਆ ਕਿ ਭਰਤ ਕਬੀਲੇ ਦਾ ਸ਼ਾਸਕ ਸੀ ਜੀ ਸੁਦਾਸ। ਸੋ ਇਸ ਤਰ੍ਹਾਂ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਭਰਤ ਕਬੀਲੇ ਦੇ ਕਿਸ ਸ਼ਾਸਕ ਦਾ ਜਿਹੜਾ ਹੈ ਰਿਗਵੇਦ ਦੇ ਵਿੱਚ ਵਰਣਨ ਹੈ ਜਿਸ ਨੇ 10 ਕਬੀਲਿਆਂ ਨੂੰ ਹਰਾਇਆ, ਤਾਂ ਸੁਦਾਸ ਦਾ ਵਰਣਨ ਹੈ ਜੀ। ਔਰ ਨਦੀ ਕਿਹੜੀ ਦੇ ਕਿਨਾਰੇ ਹਰਾਇਆ, ਉਹ ਪਰਸਨੂ ਸੀ ਜੀ, ਪਰਸਨੀ ਅਰਥਾਤ ਸੋ ਰਾਵੀ ਨਦੀ ਨੂੰ ਜਿਹੜਾ ਹੈ ਰਿਗਵੇਦ ਦੇ ਵਿੱਚ ਪਰਸਨੀ ਕਿਹਾ ਗਿਆ। ਸੋ ਰਾਵੀ ਵੀ ਲਿਖਿਆ ਆ ਸਕਦਾ ਹੈ। ਸੋ ਰਾਵੀ ਨਦੀ ਦੇ ਕਿਨਾਰੇ ਜਿਹੜਾ ਹੈ ਸੁਦਾਸ ਨੇ 10 ਕਬੀਲਿਆਂ ਨੂੰ ਹਰਾਇਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8, ਰਿਗਵੇਦ ਵਿੱਚ ਕਿਸ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਆਪਸ਼ਨ ਹੈ ਜੀ ਸਿੰਧੂ, ਬੀ ਹੈ ਜੀ ਯਮੁਨਾ, ਸੀ ਹੈ ਜੀ ਸਰਸਵਤੀ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਸੋ ਸਰਸਵਤੀ ਜਿਸ ਨੂੰ ਆਧੁਨਿਕ ਘੱਗਰ ਕਹਿੰਦੇ ਨੇ ਜੀ, ਸਭ ਤੋਂ ਜਿਹੜਾ ਹੈ ਪਵਿੱਤਰ ਮੰਨਿਆ ਜਾਂਦਾ ਹੈ ਔਰ ਸਭ ਤੋਂ ਜ਼ਿਆਦਾ ਜਿਹੜਾ ਜ਼ਿਕਰ ਕੀਤਾ ਗਿਆ ਉਹ ਸਿੰਧੂ ਨਦੀ ਦਾ ਕੀਤਾ ਗਿਆ ਅਤੇ ਯਮੁਨਾ ਦਾ ਜਿਹੜਾ ਜ਼ਿਕਰ ਹੈ ਉਹ 3 ਵਾਰ ਰਿਗਵੇਦ ਦੇ ਵਿੱਚ ਕੀਤਾ ਗਿਆ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 9 ਹੈ ਜੀ, ਵੈਦਿਕ ਕਾਲ ਵਿੱਚ ਕਿਸ ਦਾ ਪ੍ਰਯੋਗ ਰਣ ਖੇਤਰ ਦੇ ਵਿੱਚ ਜਿਹੜਾ ਹੈ ਯੁੱਧ ਦੇ ਵਿੱਚ ਨਹੀਂ ਸੀ ਕੀਤਾ ਜਾਂਦਾ। ਆਪਸ਼ਨ ਹੈ ਜੀ ਘੋੜਿਆਂ ਦਾ, ਬੀ ਹੈ ਜੀ ਪੈਦਲ ਸੈਨਿਕਾਂ ਦਾ, ਸੀ ਹੈ ਹਾਥੀਆਂ ਦਾ, ਡੀ ਹੈ ਜੀ ਤਲਵਾਰਾਂ ਦਾ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਅਕਸਰ ਜਿਹੜੇ ਯੁੱਧ ਨੇ ਉਸ ਦੇ ਵਿੱਚ ਪੈਦਲ ਸੈਨਿਕਾਂ ਅਤੇ ਘੋੜਿਆਂ ਦਾ ਇਸਤੇਮਾਲ ਜਿਹੜਾ ਹੁੰਦਾ ਸੀ, ਹਾਥੀਆਂ ਦਾ ਪ੍ਰਯੋਗ ਜਿਹੜਾ ਉਹ ਨਹੀਂ ਸੀ ਹੁੰਦਾ ਜੀ। ਔਰ ਰਿਗਵੇਦ ਤੋਂ ਇਹ ਵੀ ਪਤਾ ਲੱਗਦਾ ਕਿ ਆਰੀਆ ਦੇ ਲੜਨ ਦੇ ਜਿਹੜੇ ਮੁੱਖ ਸ਼ਸਤਰ ਨੇ ਉਹ ਧਨੁਸ਼ ਅਤੇ ਤੀਰ, ਬਰਛੇ, ਨੇਜੇ, ਕੁਹਾੜੇ, ਤਲਵਾਰਾਂ, ਢਾਲਾਂ ਆਦਿ ਸਨ। ਔਰ ਤੀਰ ਦੀਆਂ ਜਿਹੜੀਆਂ ਨੋਕਾਂ ਨੇ ਸਿੰਗਾਂ ਜਾਂ ਲੋਹੇ ਦੀਆਂ ਜਿਹੜੀਆਂ ਹੁੰਦੀਆਂ ਸਨ ਜੋ ਦੁਸ਼ਮਣਾਂ ਨੂੰ ਠੀਕ ਨਿਸ਼ਾਨਾ ਲੱਗਣ 'ਤੇ ਜ਼ਖਮੀ ਕਰਦੀਆਂ ਸੀ। ਔਰ ਕਦੀ ਕਦੀ ਜਿਹੜੇ ਬਾਣ ਨੇ ਇਹ ਜ਼ਹਿਰੀਲੇ ਵੀ ਹੁੰਦੇ ਸੀ ਜੀ। ਔਰ ਲੜਾਈ ਵਿੱਚ ਬਿਗਲ, ਸੰਖ ਅਤੇ ਢੋਲ ਵੀ ਜਿਹੜੇ ਨੇ ਉਹ ਵਜਾਏ ਜਾਂਦੇ ਸੀ। ਔਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਹੈ ਜਿਹੜੇ ਯੱਗ ਨੇ ਉਹ ਕੀਤੇ ਜਾਂਦੇ ਸਨ। ਜਿੱਤ ਪ੍ਰਾਪਤੀ ਲਈ ਵੀ ਔਰ ਜਿੱਤ ਦੀ ਪ੍ਰਾਪਤੀ ਤੋਂ ਬਾਅਦ ਵੀ ਇੰਦਰ ਨੂੰ ਯੁੱਧ ਦਾ ਦੇਵਤਾ ਮੰਨਿਆ ਜਾਂਦਾ ਸੀ। ਔਰ ਇੰਦਰ ਦੀ ਪ੍ਰਸ਼ੰਸਾ ਦੇ ਵਿੱਚ ਜਿਹੜੇ ਮੰਤਰ ਨੇ ਉਹ ਗਾਏ ਜਾਂਦੇ ਸੀ ਜੀ। ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਆਰੀਆ ਲੋਕ ਲੜਾਈ ਵਿੱਚ ਦਾ, ਪੇਚ ਜਾਂ ਧੋਖੇ ਤੋਂ ਕੰਮ ਲੈਣਾ ਜਿਹੜਾ ਪਾਪ ਸਮਝਦੇ ਸੀ। ਦੂਸਰਾ, ਨਿਹੱਥੇ ਸੁੱਤੇ ਹੋਏ ਜਾਂ ਜ਼ਖਮੀ ਵੈਰੀ ਉੱਤੇ ਕਦੀ ਵੀ ਹਮਲਾ ਜਿਹੜਾ ਉਹ ਨਹੀਂ ਸੀ ਕਰਦੇ। ਔਰ ਯੁੱਧ ਵਿੱਚ ਝੰਡੇ ਦੀ ਵਰਤੋਂ ਕੀਤੀ ਜਾਂਦੀ ਸੀ। ਯੁੱਧ ਅਕਸਰ ਨਦੀਆਂ ਦੇ ਕੰਢੇ ਦੇ ਉੱਤੇ ਲੜੇ ਜਾਂਦੇ ਸੀ। ਕੁਐਸਚਨ ਨੰਬਰ ਅੱਗੇ 10 ਹੈ ਜੀ, ਵੈਦਿਕ ਕਾਲ ਵਿੱਚ ਜੀਵਨ ਨੂੰ ਕਿੰਨੇ ਆਸ਼ਰਮ ਦੇ ਵਿੱਚ ਵੰਡਿਆ ਹੋਇਆ ਸੀ ਜੀ। ਆਪਸ਼ਨ ਏ ਹੈ ਜੀ 3, ਬੀ ਹੈ ਜੀ 2, ਸੀ ਹੈ ਜੀ 4, ਡੀ ਹੈ ਜੀ 6।
ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ 4 ਭਾਗਾਂ ਦੇ ਵਿੱਚ ਜੀਵਨ ਨੂੰ ਵੰਡਿਆ ਹੋਇਆ ਸੀ ਜੀ ਵੈਦਿਕ ਕਾਲ ਦੇ ਵਿੱਚ। ਬ੍ਰਹਮਚਾਰੀ 12 ਤੋਂ 25 ਸਾਲ, ਗ੍ਰਹਿਸਥੀ 25 ਤੋਂ 50 ਸਾਲ, ਵਨਪ੍ਰਸਥ 50 ਤੋਂ 75 ਸਾਲ ਅਤੇ ਸੰਨਿਆਸ 75 ਸਾਲ ਤੋਂ ਬਾਕੀ ਰਹਿੰਦੀ ਉਮਰ ਜੀ। ਸੋ ਐਗਜ਼ਾਮ ਦੇ ਵਿੱਚ ਅਲੱਗ-ਅਲੱਗ ਜਿਹੜਾ ਪ੍ਰਸ਼ਨ ਪੁੱਛਿਆ ਜਾ ਸਕਦਾ ਕਿ ਬ੍ਰਹਮਚਾਰੀ ਜਿਹੜਾ ਕਾਲ ਹੈ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਹੈ, ਤਾਂ 12 ਤੋਂ ਲੈ ਕੇ 25 ਸਾਲ ਦਾ। ਗ੍ਰਹਿਸਥੀ ਜੀਵਨ ਕਿੰਦਾ, ਸੋ ਇੱਦਾਂ ਅਲੱਗ-ਅਲੱਗ ਕੁਐਸਚਨ ਆ ਸਕਦੇ ਨੇ। ਕੁਐਸਚਨ ਨੰਬਰ 11 ਹੈ ਜੀ, ਪਹਿਲੇ 3 ਵਰਨਾ ਬ੍ਰਾਹਮਣ, ਕਸ਼ੱਤਰੀ, ਵੈਸ਼ ਨੂੰ ਆਰੀਆ ਕਾਲ ਵਿੱਚ ਕਿਹਾ ਜਾਂਦਾ ਸੀ। ਆਪਸ਼ਨ ਏ ਹੈ ਜੀ ਕਵਿਜ, ਬੀ ਹੈ ਜੀ ਸਤੀਜ, ਸੀ ਹੈ ਜੀ ਦਵਿਜ, ਡੀ ਹੈ ਜੀ ਤਵੀਜ਼। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ। ਸੋ ਦਵਿਜ ਜਿਹੜਾ ਹੈ ਆਰੀਆ ਨੂੰ ਕਿਹਾ ਜਾਂਦਾ ਸੀ, ਜਿਸ ਦਾ ਅਰਥ ਸੀ 2 ਵਾਰ ਜੰਮਿਆ। ਕੁਐਸਚਨ ਨੰਬਰ ਅੱਗੇ 12 ਹੈ ਜੀ, ਰਿਗਵੇਦ ਵਿੱਚ ਕਿਹੜੇ ਮੰਡਲ ਜਿਹੜੇ ਨੇ ਉਹ ਬਾਅਦ ਦੇ ਵਿੱਚ ਜੋੜੇ ਗਏ ਨੇ। ਆਪਸ਼ਨ ਏ ਜੀ ਚੌਥਾ ਅਤੇ 10ਵਾਂ, ਬੀ ਹੈ ਜੀ 5ਵਾਂ ਅਤੇ 11ਵਾਂ, ਸੀ ਹੈ ਜੀ ਤੀਸਰਾ ਅਤੇ 10ਵਾਂ, ਡੀ ਹੈ ਜੀ ਪਹਿਲਾ ਅਤੇ 10ਵਾਂ। ਸਹੀ ਆਨਸਰ ਆਏਗਾ ਆਪਸ਼ਨ ਡੀ ਜੀ, ਪਹਿਲਾ ਅਤੇ 10ਵਾਂ ਜਿਹੜਾ ਮੰਡਲ ਨੇ ਉਹ ਬਾਅਦ ਦੇ ਵਿੱਚ ਜੋੜੇ ਗਏ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਜੀ, ਸਮਿਤੀ ਦੇ ਸਭਾਪਤੀ ਨੂੰ ਕਿਹਾ ਜਾਂਦਾ ਸੀ। ਆਪਸ਼ਨ ਏ ਹੈ ਜੀ ਨਿਸ਼ਾਨ, ਬੀ ਹੈ ਜੀ ਮੈਪਾਨ, ਸੀ ਹੈ ਜੀ ਈਸ਼ਾਨ, ਡੀ ਹੈ ਜੀ ਉਚਾਨ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ। ਸੋ ਸਭਾ ਅਤੇ ਸਮਿਤੀ ਦੇ ਵਿੱਚੋਂ ਜਿਹੜਾ ਸਮਿਤੀ ਦਾ ਸਭਾਪਤੀ ਹੁੰਦਾ ਸੀ ਉਸ ਨੂੰ ਜਿਹੜਾ ਹੈ ਈਸ਼ਾਨ ਕਿਹਾ ਜਾਂਦਾ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 14, ਰਿਗਵੈਦਿਕ ਕਾਲ ਵਿੱਚ ਕੱਪੜੇ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਸੀ। ਆਪਸ਼ਨ ਹੈ ਜੀ ਉੱਨ ਦੀ, ਬੀ ਹੈ ਜੀ ਸੂਤ ਦੀ, ਸੀ ਹੈ ਜੀ ਹਿਰਨ ਦੀ ਖਲ ਦੀ, ਡੀ ਹੈ ਜੀ ਉਪਰੋਕਤ ਸਾਰਿਆਂ ਦੀ। ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਜੀ। ਸੋ ਉਪਰੋਕਤ ਸਾਰਿਆਂ ਦੀ ਜਿਹੜੀ ਵਰਤੋਂ ਹੈ ਕੱਪੜਾ ਬਣਾਉਣ ਦੇ ਲਈ ਕੀਤੀ ਜਾਂਦੀ ਸੀ, ਉੱਨ ਦੀ ਵੀ, ਸੂਤ ਦੀ ਅਤੇ ਹਿਰਨ ਦੀ ਖਲ ਦੀ ਵੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 15, ਰਿਗਵੈਦਿਕ ਕਾਲ ਵਿੱਚ ਮੁੱਖ ਫਸਲ ਸੀ। ਆਪਸ਼ਨ ਹੈ ਜੀ ਜੌਂ ਅਤੇ ਕਣਕ, ਬੀ ਹੈ ਜੀ ਚਾਵਲ ਅਤੇ ਗੰਨਾ, ਸੀ ਹੈ ਜੀ ਮੂੰਗੀ ਅਤੇ ਕਣਕ, ਡੀ ਹੈ ਜੀ ਤਿਲਹਨ, ਚਾਵਲ, ਗੰਨਾ, ਮੂੰਗੀ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਏ ਹੈ ਜੀ। ਸੋ ਰਿਗਵੈਦਿਕ ਕਾਲ ਦੇ ਵਿੱਚ ਡੀ ਨਹੀਂ ਪੜ੍ਹਨਾ ਜੀ, ਬਾਏ ਮਿਸਟੇਕ ਲਿਖਿਆ ਗਿਆ। ਕਣਕ ਅਤੇ ਜੌਂ ਜਿਹੜੇ ਰਿਗਵੈਦਿਕ ਕਾਲ ਦੇ ਮੁੱਖ ਫਸਲਾਂ ਸੀ। ਤਿਲਹਨ, ਚਾਵਲ, ਗੰਨਾ, ਮੂੰਗੀ ਜਿਹੜੇ ਨੇ ਇਹ ਉੱਤਰ ਵੈਦਿਕ ਜਿਹੜਾ ਕਾਲ ਸੀ ਉਸ ਦੀ ਮੁੱਖ ਫਸਲ ਸੀ ਜੀ। ਅੱਗੇ ਜੀ ਕੁਐਸਚਨ ਨੰਬਰ 16 ਜੀ, ਕਥਨਾਂ 'ਤੇ ਵਿਚਾਰ ਕਰੋ। ਆਪਸ਼ਨ ਏ ਹੈ ਜੀ ਰਿਗਵੈਦਿਕ ਕਾਲ ਵਿੱਚ ਬਹੁ ਵਿਆਹ ਪ੍ਰਚਲਿਤ ਨਹੀਂ ਸੀ, ਬੀ ਹੈ ਜੀ ਰਿਗਵੈਦਿਕ ਕਾਲ ਵਿੱਚ ਸਮੁੰਦਰ ਤੋਂ ਜਿਹੜੇ ਲੋਕ ਨੇ ਉਹ ਅਣਜਾਣ ਸੀ ਜੀ। ਆਪਸ਼ਨ ਏ ਜੀ ਪਹਿਲਾ ਸਹੀ ਹੈ, ਦੂਜਾ ਸਹੀ ਹੈ, ਤੀਸਰਾ ਜੀ ਦੋਵੇਂ ਸਹੀ ਹਨ। ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ, ਦੋਵੇਂ ਜਿਹੜੇ ਨੇ ਇਹ ਕਥਨ ਸਹੀ ਨੇ ਜੀ। ਸੋ ਬਹੁ ਵਿਆਹ ਜਿਹੜਾ ਪ੍ਰਚਲਿਤ ਨਹੀਂ ਸੀ। ਦੂਸਰਾ ਹੈ ਸਮੁੰਦਰ ਤੋਂ ਜਿਹੜੇ ਲੋਕ ਨੇ ਉਹ ਅਣਜਾਣ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17, ਯਜੁਰਵੇਦ, ਸਾਮਵੇਦ ਅਤੇ ਅਥਰਵਵੇਦ ਗ੍ਰੰਥਾਂ ਦੀ ਰਚਨਾ ਹੋਈ। ਆਪਸ਼ਨ ਹੈ ਜੀ ਰਿਗਵੈਦਿਕ ਕਾਲ ਵਿੱਚ, ਬੀ ਹੈ ਜੀ ਉੱਤਰ ਵੈਦਿਕ ਕਾਲ ਵਿੱਚ, ਸੀ ਹੈ ਜੀ ਏ ਅਤੇ ਬੀ ਦੋਨੋਂ ਵਿੱਚ, ਡੀ ਹੈ ਜੀ ਕੋਈ ਨਹੀਂ। ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ। ਸੋ ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜੀ ਹੈ ਰਚਨਾ ਹੋਈ ਹੈ ਜੀ ਬਾਕੀ ਤਿੰਨਾਂ ਵੇਦਾਂ ਦੀ, ਯਜੁਰਵੇਦ ਦੀ, ਸਾਮਵੇਦ ਦੀ, ਅਥਰਵਵੇਦ ਦੀ। ਔਰ ਇਹ ਜਿਹੜੀ ਰਚਨਾ ਮੰਨੀ ਜਾਂਦੀ ਕਿ 1200 ਤੋਂ ਲੈ ਕੇ 200 ਈਸਾ ਪੂਰਵ ਦੇ ਵਿਚਕਾਰ ਹੋਈ ਸੀ ਜੀ। ਕੁਐਸਚਨ ਨੰਬਰ 18 ਹੈ ਜੀ, ਸਾਮਵੇਦ ਵਿੱਚ ਆਪਣੇ ਕਿੰਨੇ ਮੰਤਰ ਨੇ ਜੀ। ਆਪਸ਼ਨ ਏ ਹੈ ਜੀ 216, ਬੀ ਹੈ ਜੀ 200, ਸੀ ਹੈ ਜੀ 101, ਡੀ ਹੈ ਜੀ 99। ਤਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ। ਸੋ ਰਿਗਵੇਦ ਦੇ ਵਿੱਚ ਜਿਹੜੇ ਸਿਰਫ 99 ਮੰਤਰ ਜਿਹੜੇ ਆਪਣੇ ਨੇ, ਔਰ ਸਾਮਵੇਦ ਦੇ ਵਿੱਚ ਜੀ 99 ਜਿਹੜੇ ਮੰਤਰ ਨੇ ਆਪਣੇ ਨੇ, ਬਾਕੀ ਦੇ ਮੰਤਰ ਜਿਹੜੇ ਨੇ ਉਹ ਰਿਗਵੇਦ ਤੋਂ ਲੈ ਗਏ ਨੇ ਜੀ। ਨੈਕਸਟ ਹੈ ਜੀ ਕੁਐਸਚਨ ਨੰਬਰ 19 ਹੈ ਜੀ, ਸਾਮਵੇਦ ਨੂੰ ਕਿਸ ਦਾ ਵੇਦ ਕਿਹਾ ਜਾਂਦਾ ਹੈ। ਆਪਸ਼ਨ ਹੈ ਜੀ ਸਾਮਦੇਵ ਦਾ ਵੇਦ, ਬੀ ਹੈ ਜੀ ਗੀਤਾ ਵੇਦ, ਸੀ ਹੈ ਜੀ ਸਮਕਾਲੀ ਵੇਦ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਗੀਤਾ ਵੇਦ ਕਿਹਾ ਜਾਂਦਾ। ਸੋ ਯਾਦ ਰੱਖਣਾ ਹੈ ਕਿ ਸਾਮਵੇਦ ਦੇ ਵਿੱਚ ਜਿਹੜਾ ਹੈ ਮੰਤਰ ਨੇ ਉਹ ਹਵਨ ਦੇ ਸਮੇਂ ਦੇਵਤਾ ਨੂੰ ਪ੍ਰਸੰਨ ਕਰਨ ਦੇ ਲਈ ਤਾਲ ਅਤੇ ਸੁਰਾਂ ਦੇ ਨਾਲ ਗਾਏ ਜਾਂਦੇ ਨੇ, ਔਰ ਇਹਨਾਂ ਦੇ ਗਾਉਣ ਵਾਲੇ ਨੂੰ ਉਦਗਾਤਾ ਕਿਹਾ ਜਾਂਦਾ ਹੈ ਜੀ। ਔਰ ਸਾਮ ਸ਼ਬਦ ਦਾ ਅਰਥ ਹੈ ਸੁਰ, ਅਤੇ ਸਾਮ ਸਾਹਿਤਾ ਤਾਲ ਸੁਰਾਂ ਦਾ ਹੀ ਸੰਗ੍ਰਹਿ ਹੈ ਜੀ। ਔਰ ਇਹ ਵੇਦ ਭਾਰਤੀ ਸੰਗੀਤ ਕਲਾ ਦਾ ਸੋਮਾ ਜਿਹੜਾ ਮੰਨਿਆ ਜਾਂਦਾ। ਪੁੱਛਿਆ ਜਾ ਸਕਦਾ ਕੁਐਸਚਨ ਕਿ ਕਿਹੜੇ ਵੇਦ ਨੂੰ ਭਾਰਤੀ ਸੰਗੀਤ ਕਲਾ ਦਾ ਸੋਮਾ ਮੰਨਿਆ ਜਾਂਦਾ। ਸਾਮਵੇਦ ਹੈ ਜੀ। ਔਰ ਸਾਮਵੇਦ ਦੇ ਮੰਤਰ ਗਾਏ ਜਾਣ 'ਤੇ ਜਿਹੜੇ ਹੈ ਮਨ ਨੂੰ ਕਹਿੰਦੇ ਬੜੀ ਸ਼ਾਂਤੀ ਮਿਲਦੀ ਹੈ। ਯੱਗ ਆਦਿ ਦੇ ਮੌਕਿਆਂ 'ਤੇ ਇਸ ਤਰ੍ਹਾਂ ਦੇ ਮੰਤਰਾਂ ਦਾ ਜਿਹੜਾ ਪਾਠ ਹੈ ਉਹ ਕੀਤਾ ਜਾਂਦਾ ਸੀ।
ਸੋ ਇੱਕ ਤਰ੍ਹਾਂ ਦੇ ਗੀਤ ਨੇ ਜੀ ਇਸ ਵਾਸਤੇ, ਇਸ ਕਰਕੇ ਇਸ ਨੂੰ ਗੀਤਾਂ ਦਾ ਜਿਹੜਾ ਵੇਦ ਹੈ ਉਹ ਕਿਹਾ ਜਾਂਦਾ ਜੀ। ਅੱਗੇ ਜੀ ਕੁਐਸਚਨ ਨੰਬਰ 20 ਹੈ ਜੀ, ਕਿਸ ਵੇਦ ਵਿੱਚ ਯੱਗਾਂ ਬਾਰੇ ਯੱਗਾਂ ਵਿੱਚ ਪੜ੍ਹੇ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ ਹੈ? ਆਪਸ਼ਨ ਏ ਜੀ ਅਥਰਵੇਦ, ਬੀ ਹੈ ਜੀ ਯਜੁਰਵੇਦ, ਸੀ ਹੈ ਜੀ ਸਾਮਵੇਦ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਯਜੁਰਵੇਦ ਦੇ ਵਿੱਚ ਜਿਹੜਾ ਹੈ ਯੱਗਾਂ ਦੇ ਵਿੱਚ ਪੜ੍ਹੇ ਜਾਣ ਵਾਲੇ ਮੰਤਰ ਨੇ, ਔਰ ਇਸ ਦੇ ਵਿੱਚ ਜਿਹੜੇ ਕੁੱਲ 40 ਅਧਿਆਏ ਨੇ, ਔਰ ਅਜਿਹਾ ਵਿਸ਼ਵਾਸ ਕੀਤਾ ਜਾਂਦਾ ਕਿ ਇਸ ਵੇਦ ਦੀ ਜਿਹੜੀ ਰਚਨਾ ਉਹ ਕੁਰੂਕਸ਼ੇਤਰ ਦੇ ਵਿੱਚ ਕੀਤੀ ਗਈ ਸੀ। ਨੈਕਸਟ ਹੈ ਜੀ ਕੁਐਸਚਨ ਨੰਬਰ ਆਪਣਾ, ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਇਸ ਵੇਦ ਦੇ ਅਧਿਐਨ ਤੋਂ ਸਾਨੂੰ ਆਰੀਆ ਦੇ ਸਮਾਜਿਕ ਅਤੇ ਧਾਰਮਿਕ ਜੀਵਨ ਸੰਬੰਧੀ ਜਿਹੜੀ ਹੈ ਜਾਣਕਾਰੀ ਮਿਲਦੀ ਹੈ, ਔਰ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਦਾ ਕਿ ਆਰੀਆ ਲੋਕ ਸਪਤ ਸਿੰਧੂ ਤੋਂ ਕੁਰੂਕਸ਼ੇਤਰ ਨੂੰ ਚਲੇ ਆਏ ਸਨ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21, ਕਿਹੜਾ ਗ੍ਰੰਥ 4 ਪ੍ਰਮੁੱਖ ਗ੍ਰੰਥਾਂ ਵਿੱਚੋਂ ਸਭ ਤੋਂ ਅਖੀਰ ਦੇ ਵਿੱਚ ਲਿਖਿਆ ਗਿਆ ਜੀ? ਆਪਸ਼ਨ ਏ ਜੀ ਰਿਗਵੇਦ, ਬੀ ਹੈ ਜੀ ਅਥਰਵੇਦ, ਸੀ ਹੈ ਜੀ ਸਾਮਵੇਦ, ਡੀ ਹੈ ਜੀ ਯਜੁਰਵੇਦ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਅਥਰਵੇਦ ਨੂੰ ਜਿਹੜਾ ਹੈ ਸਭ ਤੋਂ ਬਾਅਦ ਦੇ ਵਿੱਚ ਲਿਖਿਆ ਗਿਆ 4 ਵੇਦਾਂ ਦੇ ਵਿੱਚੋਂ, ਔਰ ਇਸ ਨੂੰ ਜਿਹੜਾ ਹੈ ਭਾਰਤੀ ਗਿਆਨ ਦਾ ਆਧਾਰ ਮੰਨਿਆ ਜਾਂਦਾ। ਸੋ ਕਿਸ ਵੇਦ ਨੂੰ ਭਾਰਤੀ ਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ? ਅਥਰਵੇਦ ਨੂੰ। ਸਭ ਤੋਂ ਪਹਿਲਾਂ ਲਿਖਿਆ ਜਿਹੜਾ ਵੇਦ ਸੀ ਉਹ ਸੀ ਜੀ ਰਿਗਵੇਦ, ਜਿਸ ਨੂੰ ਸੰਸਾਰ ਦੀ ਸਭ ਤੋਂ ਜਿਹੜੀ ਪੁਰਾਣੀ ਪੁਸਤਕ ਮੰਨਿਆ ਜਾਂਦਾ ਹੈ, ਭਾਰਤ ਵਰਸ਼ ਦੀ ਸਭ ਤੋਂ ਪੁਰਾਣੀ ਪੁਸਤਕ ਜਿਹੜਾ ਜਿਸ ਨੂੰ ਮੰਨਿਆ ਜਾਂਦਾ ਹੈ, ਔਰ ਇਸ ਨੂੰ ਜਿਹੜਾ ਹੈ ਵੇਦਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੋਣ ਦਾ ਮਾਣ ਵੀ ਪ੍ਰਾਪਤ ਹੈ ਰਿਗਵੇਦ ਨੂੰ। ਸੋ ਪਿਛਲੀ ਵੀਡੀਓ 'ਚ ਆਪਾਂ ਡਿਸਕਸ ਕੀਤਾ ਸੀ ਕਿ ਇਸ ਦੇ ਵਿੱਚ ਜਿਹੜਾ 10,500 ਜਿਹੜੇ ਮੰਤਰ ਨੇ ਜੀ ਰਿਗਵੇਦ ਦੇ ਵਿੱਚ, ਔਰ 1028 ਇਸ ਦੇ ਵਿੱਚ ਜਿਹੜੇ ਨੇ ਸੂਤਕ ਨੇ ਜੀ। ਅੱਗੇ ਹੈ ਜੀ ਕੁਐਸਚਨ ਨੰਬਰ ਆਪਣਾ 22 ਹੈ ਜੀ, ਰੋਗਾਂ ਦਾ ਉਪਚਾਰ, ਵਿਆਹ, ਜਾਦੂ ਟੋਣੇ, ਅੰਧ ਵਿਸ਼ਵਾਸ, ਮਨੁੱਖੀ ਵਿਚਾਰ ਵਿਹਾਰ, ਸ਼ਰਾਪ, ਆਸ਼ੀਰਵਾਦ, ਦਵਾਈਆਂ ਆਦਿ ਦਾ ਵਰਣਨ ਕਿਸ ਵਿੱਚ ਕੀਤਾ ਗਿਆ ਹੈ? ਆਪਸ਼ਨ ਏ ਹੈ ਜੀ ਰਿਗਵੇਦ, ਬੀ ਹੈ ਜੀ ਸਾਮਵੇਦ, ਸੀ ਹੈ ਜੀ ਯਜੁਰਵੇਦ, ਡੀ ਹੈ ਜੀ ਅਥਰਵੇਦ। ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਜੀ, ਅਥਰਵੇਦ ਦੇ ਵਿੱਚ ਹੀ ਜਿਹੜਾ ਹੈ ਰੋਗਾਂ ਦੇ ਉਪਚਾਰ ਦਾ, ਵਿਆਹ ਦਾ, ਜਾਦੂ ਟੂਣੇ ਦਾ, ਅੰਧ ਵਿਸ਼ਵਾਸ, ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਗਿਆ ਜੀ। ਕੁਐਸਚਨ ਨੰਬਰ 23 ਹੈ ਜੀ, ਅਥਰਵੇਦ ਕਿੰਨੇ ਮੰਡਲਾਂ ਜਾਂ ਕਾਂਡ ਦੇ ਵਿੱਚ ਜਿਹੜਾ ਹੈ ਵੰਡਿਆ ਹੋਇਆ? ਆਪਸ਼ਨ ਏ ਜੀ 24, ਬੀ ਹੈ ਜੀ 22, ਸੀ ਹੈ ਜੀ 20, ਡੀ ਹੈ ਜੀ 28। ਅਤੇ ਇਸ ਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਸੀ ਹੈ ਜੀ, 20 ਮੰਡਲਾਂ ਜਾਂ ਕਾਂਡਾਂ ਦੇ ਵਿੱਚ ਵੰਡਿਆ ਹੋਇਆ, ਔਰ 731 ਇਸ ਦੇ ਵਿੱਚ ਸੂਕਤ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 24, ਐਤਰੇय ਅਤੇ ਕੌਸ਼ਿਤਕੀ ਕਿਸ ਵੇਦ ਦੇ ਬ੍ਰਾਹਮਣ ਹਨ? ਆਪਸ਼ਨ ਏ ਹੈ ਜੀ ਰਿਗਵੇਦ, ਬੀ ਹੈ ਜੀ ਸਾਮਵੇਦ, ਸੀ ਹੈ ਜੀ ਯਜੁਰਵੇਦ, ਡੀ ਹੈ ਜੀ ਅਥਰਵੇਦ। ਇੱਥੇ ਇੱਕ ਚੀਜ਼ ਯਾਦ ਰੱਖਣੀ ਹੈ ਕਿ ਹਰ ਇੱਕ ਵੇਦ ਜਿਹੜਾ ਆਪਣੇ ਆਪਣੇ ਇਸ ਦੇ ਬ੍ਰਾਹਮਣ ਨੇ ਜੀ, ਔਰ ਇਹਨਾਂ ਵਿੱਚ ਵੇਦ ਮੰਤਰਾਂ ਦੀ ਜਿਹੜੀ ਹੈ ਵਿਆਖਿਆ ਕੀਤੀ ਗਈ ਜੀ ਵੇਦਾਂ ਦੇ ਵਿੱਚ, ਔਰ ਰਿਗਵੇਦ ਦੇ ਬ੍ਰਾਹਮਣ ਨੇ ਜੀ ਇਹ ਦੋਨੋਂ ਬ੍ਰਾਹਮਣ ਜਿਹੜੇ ਨੇ ਐਤਰੇय ਅਤੇ ਕੌਸ਼ਿਤਕੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 25, ਅਸ਼ਵਮੇਘ ਯੱਗ ਦਾ ਉਲੇਖ ਕਿਹੜੇ ਕਾਲ ਵਿੱਚ ਮਿਲਦਾ ਹੈ? ਆਪਸ਼ਨ ਏ ਜੀ ਉੱਤਰ ਵੈਦਿਕ ਕਾਲ ਦੇ ਵਿੱਚ, ਬੀ ਹੈ ਜੀ ਸਿੰਧੂ ਘਾਟੀ ਸਭਿਅਤਾ ਵਿੱਚ, ਸੀ ਹੈ ਜੀ ਵੈਦਿਕ ਕਾਲ ਵਿੱਚ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਏ ਜੀ। ਸੋ ਉੱਤਰ ਵੈਦਿਕ ਕਾਲ ਦੇ ਵਿੱਚ ਅਸ਼ਵਮੇਘ ਯੱਗ ਦਾ ਜਿਹੜਾ ਹੈ ਵਰਣਨ ਮਿਲਦਾ ਹੈ। ਸੋ ਇਹ ਯੱਗ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੱਕ ਘੋੜੇ ਨੂੰ ਸ਼ਿੰਗਾਰ ਕੇ ਜਿਹੜਾ ਹੈ ਛੱਡਿਆ ਜਾਂਦਾ ਸੀ, ਔਰ ਜਿਸ ਨੇ ਉਸ ਛੱਡਣ ਵਾਲੇ ਰਾਜੇ ਨਾਲ ਯੁੱਧ ਕਰਨਾ ਹੁੰਦਾ ਸੀ ਉਸ ਨੂੰ ਘੋੜੇ ਨੂੰ ਫੜ ਲੈਂਦਾ ਸੀ ਜੀ। ਸੋ ਜਿਸ ਤਰ੍ਹਾਂ ਰਮਾਇਣ ਦੇ ਵਿੱਚ ਲਵ ਕੁਸ਼ ਨੇ ਜਿਹੜੇ ਹੈ ਘੋੜਾ ਫੜਿਆ ਸੀ ਜੀ ਰਾਮ ਦਾ, ਔਰ ਰਮਾਇਣ ਦੀ ਰਚਨਾ ਜਿਹੜੀ ਉੱਤਰ ਵੈਦਿਕ ਕਾਲ ਦੇ ਵਿੱਚ ਹੋਈ ਹੈ ਜੀ, ਰਮਾਇਣ ਦੇ ਵਿੱਚ ਹੀ ਅਸ਼ਵਮੇਧ ਯੱਗ ਦਾ ਜਿਹੜਾ ਜ਼ਿਕਰ ਹੈ ਜੀ। ਕੁਐਸਚਨ ਨੰਬਰ ਹੈ ਜੀ 26, ਵੈਦਿਕ ਕਾਲ ਦੇ 16 ਮਹਾਜਨਪਦਾਂ ਵਿੱਚੋਂ ਕਿਹੜਾ ਨਹੀਂ ਹੈ ਜੀ? ਆਪਸ਼ਨ ਏ ਜੀ ਮਗਧ, ਬੀ ਹੈ ਜੀ ਕੰਬੋਜ, ਸੀ ਹੈ ਜੀ ਵਤਸ, ਡੀ ਹੈ ਜੀ ਕਨੌਜ। ਸੋ ਵੈਦਿਕ ਕਾਲ ਦੇ ਵਿੱਚ 16 ਵੱਡੇ ਰਾਜਾਂ ਦਾ ਜਿਹੜਾ ਹੈ ਜ਼ਿਕਰ ਹੈ ਜੀ, ਜਿਨ੍ਹਾਂ ਨੂੰ ਮਹਾਜਨਪਦ ਕਿਹਾ ਜਾਂਦਾ ਹੈ, ਔਰ ਇਹਨਾਂ ਦੇ ਵਿੱਚੋਂ ਕਨੌਜ ਜਿਹੜਾ ਹੈ ਉਹ ਸ਼ਾਮਲ ਨਹੀਂ ਸੀ। ਸੋ 16 ਕਿਹੜੇ ਸੀ ਜੀ ਉਹ ਤੁਸੀਂ ਨੋਟ ਕਰ ਸਕਦੇ ਹੋ ਜੀ। ਪਹਿਲੇ ਨੰਬਰ 'ਤੇ ਅੰਗ, ਦੂਸਰੇ 'ਤੇ ਮਗਧ, ਕਾਂਸੀ, ਚੌਥੇ 'ਤੇ ਕੌਂਸਲ, ਪੰਜਵਾਂ ਵੰਜੀ, ਛੇਵਾਂ ਮੱਲ ਜੀ, ਸੱਤਵਾਂ ਵਤਸ, ਅੱਠਵਾਂ ਕੁਰੂ, ਨੌਵਾਂ ਹੈ ਜੀ ਪੰਚਾਲ, 10ਵਾਂ ਹੈ ਜੀ ਮਤਸਿਆ, ਚਿੰਦੀ, ਸੂਰਸੇਨ, 13ਵਾਂ ਹੈ ਜੀ ਅਵੰਤੀ, 14ਵਾਂ ਹੈ ਕੰਬੋਜ, 15ਵਾਂ ਹੈ ਜੀ ਅਸਮਕ, ਅਤੇ 16ਵਾਂ ਹੈ ਜੀ
ਗੰਧਾਰ। ਸੋ ਇਹ ਯਾਦ ਦੇਖ ਸਕਦੇ ਹੋ ਇੱਦਾਂ ਦਾ, ਕਿਉਂਕਿ ਕੁਐਸਚਨ ਜਿਹੜਾ ਆ ਸਕਦਾ ਹੈ ਕਿ ਕਿਹੜਾ 16 ਮਹਾਂਜਣਪਦਾਂ 'ਚ ਸ਼ਾਮਲ ਹੈ, ਜਾਂ ਇਹ ਆ ਸਕਦਾ ਕਿ ਕਿਹੜਾ ਹੇਠ ਲਿਖਿਆਂ ਦੇ ਵਿੱਚੋਂ ਨਹੀਂ ਹੈ। ਕੁਐਸਚਨ ਨੰਬਰ ਅੱਗੇ ਹੈ ਜੀ 17 ਉਪਨਿਸ਼ਦ ਗਿਣਤੀ ਵਿੱਚ ਕਿੰਨੇ ਹਨ ਜੀ? ਆਪਸ਼ਨ ਹੈ ਜੀ 118, ਬੀ ਹੈ ਜੀ 108, ਸੀ ਹੈ ਜੀ 801, ਡੀ ਹੈ ਜੀ 225। ਤਾਂ ਇਸਦਾ ਜਿਹੜਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਹੈ ਜੀ। ਸੋ 108 ਉਪਨਿਸ਼ਦ ਨੇ ਜੀ, ਔਰ ਇਸ ਦੇ ਵਿੱਚ ਜਿਹੜਾ ਹੈ ਇਸ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਪਨਿਸ਼ਦ ਦਾ, ਉਹ ਹੈ ਇਕਾਂਤ ਵਿੱਚ ਪ੍ਰਾਪਤ ਗਿਆਨ ਜੀ। ਔਰ ਉਪਨਿਸ਼ਦ ਜਿਹੜੇ ਨੇ ਅਧਿਆਤਮਕ ਵਿਦਿਆ ਸੰਬੰਧੀ ਪੁਸਤਕਾਂ ਨੇ, ਇਹਨਾਂ ਵਿੱਚ ਜੀਵ ਸ੍ਰਿਸ਼ਟੀ ਅਤੇ ਰੱਬ ਦੇ ਬਾਰੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕੀਤੇ ਗਏ ਨੇ, ਔਰ ਇਹਨਾਂ ਨੂੰ ਵੇਦਾਂਤ ਵੀ ਕਿਹਾ ਜਾਂਦਾ ਹੈ ਜੀ। ਔਰ ਇਹ ਸਭ ਤੋਂ ਅੰਤਿਮ ਰਚਨਾਵਾਂ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 28 ਰਿਸ਼ੀਆਂ ਦੁਆਰਾ ਜੰਗਲਾਂ ਵਿੱਚ ਰਚੇ ਗਏ ਗ੍ਰੰਥਾਂ ਨੂੰ ਕਿਹਾ ਜਾਂਦਾ ਹੈ? ਆਪਸ਼ਨ ਹੈ ਜੀ ਜੰਗਲਾਇਕ, ਬੀ ਹੈ ਜੀ ਉਪਨਿਸ਼ਦ, ਸੀ ਹੈ ਜੀ ਵੇਦਾਂਤ, ਡੀ ਹੈ ਜੀ ਆਰਣਯਕ। ਤਾਂ ਸਹੀ ਜਿਹੜਾ ਆਨਸਰ ਹੈ ਜੀ ਆਪਸ਼ਨ ਡੀ ਹੈ ਜੀ। ਸੋ ਆਰਣਯਕ ਕਿਹਾ ਜਾਂਦਾ ਹੈ ਕਿਉਂਕਿ ਆਰਣਯਕ ਦਾ ਜਿਹੜਾ ਸ਼ਾਬਦਿਕ ਅਰਥ ਹੈ ਉਹ ਹੈ ਜੰਗਲ ਜੀ। ਔਰ ਇਹਨਾਂ ਗ੍ਰੰਥਾਂ ਦੀ ਜਿਹੜੀ ਰਚਨਾ ਹੈ ਉਹ ਜੰਗਲ ਦੇ ਵਿੱਚ ਕੀਤੀ ਗਈ ਹੈ। ਬ੍ਰਾਹਮਣ ਗ੍ਰੰਥਾਂ ਦੇ ਅੰਤ ਵਿੱਚ ਕੁਝ ਅਜਿਹੇ ਇਹ ਜਿਹੜੇ ਅਧਿਆਏ ਨੇ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਪੜ੍ਹੇ ਵੀ ਬਾਹਰ ਜਾਂਦੇ ਨੇ, ਔਰ ਇਹਨਾਂ ਦਾ ਜਿਹੜੀ ਰਚਨਾ ਉਹ ਵੀ ਪਿੰਡਾਂ ਤੋਂ ਬਾਹਰ ਹੋਈ ਹੈ ਜੀ। ਅਰਥਾਤ ਜਿਹੜਾ ਆਰਣਯਕ ਦਾ ਅਰਥ ਹੁੰਦਾ ਉਹ ਹੁੰਦਾ ਜੰਗਲ ਵਿੱਚ ਜੀ। ਸੋ ਨੈਕਸਟ ਹੈ ਜੀ ਕੁਐਸਚਨ ਆਪਣਾ 29 ਹੈ ਜੀ ਵੇਦਾਂਗ ਗਿਣਤੀ ਵਿੱਚ ਕਿੰਨੇ ਹਨ? ਆਪਸ਼ਨ ਹੈ ਜੀ 7, ਬੀ ਹੈ ਜੀ 5, ਸੀ ਹੈ ਜੀ 6, ਡੀ ਹੈ ਜੀ 9 ਜੀ। ਸੋ ਵੇਦਾਂਗ ਕੀ ਨੇ ਜੀ? ਕਾਫੀ ਸਮਾਂ ਜਦੋਂ ਬੀਤ ਗਿਆ ਤਾਂ ਵੈਦਿਕ ਸਾਹਿਤ ਜਿਹੜਾ ਜਟਿਲ ਅਤੇ ਕਠਿਨ ਪ੍ਰਤੀਤ ਹੋਣ ਲੱਗਾ, ਇਸ ਲਈ ਵੇਦਾਂ ਦੇ ਅਰਥਾਂ ਨੂੰ ਸਪਸ਼ਟ ਕਰਨ ਦੇ ਲਈ ਅਨੇਕ ਜਿਹੜੇ ਸੂਤਰ ਲਿਖੇ ਗਏ ਜੋ ਵੇਦਾਂਗ ਦੇ ਨਾਂ ਦੇ ਨਾਲ ਪ੍ਰਸਿੱਧ ਹੋਏ ਜੀ। ਔਰ ਇਹ ਕੁੱਲ ਜਿਹੜੇ ਨੇ 6 ਨੇ ਜੀ। ਆਪਸ਼ਨ ਸੀ ਸਹੀ ਆਨਸਰ ਰਹੇਗਾ। ਇਸ ਦੇ ਵਿੱਚ ਹੈ ਕੀ ਹੈ ਜੀ? ਛੰਦ, ਸਿਕਸ਼ਾ, ਵਿਆਕਰਨ, ਨਿਰੁਕਤ, ਕਲਪ ਅਤੇ ਜੋਤਿਸ਼। ਸੋ ਛੰਦ ਨੂੰ ਜਿਹੜਾ ਹੈ ਵੇਦਾਂ ਦਾ ਪੈਰ ਮੰਨਿਆ ਜਾਂਦਾ, ਸਿਕਸ਼ਾ ਨੂੰ ਨੱਕ ਜੀ, ਵਿਆਕਰਨ ਨੂੰ ਵੇਦਾਂ ਦਾ ਮੂੰਹ। ਬਹੁਤ ਇੰਪੋਰਟੈਂਟ ਜੀ ਪੁੱਛਿਆ ਜਾ ਸਕਦਾ ਕਿ ਵੇਦਾਂ ਦਾ ਮੂੰਹ ਕਿਸ ਨੂੰ ਮੰਨਿਆ ਜਾਂਦਾ? ਤਾਂ ਵਿਆਕਰਨ ਨੂੰ ਜੀ। ਨਿਰੁਕਤ ਜਿਹੜਾ ਹੈ ਉਸ ਨੂੰ ਵੇਦਾਂ ਦੇ ਕੰਨ, ਕਲਪ ਨੂੰ ਹੱਥ ਅਤੇ ਜੋਤਿਸ਼ ਨੂੰ ਜਿਹੜਾ ਹੈ ਨੇਤਰ ਮੰਨਿਆ ਜਾਂਦਾ ਹੈ ਵੇਦਾਂ ਦੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 30 ਰਮਾਇਣ ਵਿੱਚ ਕੁੱਲ ਕਿੰਨੇ ਸ਼ਲੋਕ ਹਨ? ਆਪਸ਼ਨ ਏ ਜੀ 48,000, ਬੀ ਹੈ ਜੀ 24,000, ਸੀ ਹੈ ਜੀ 12,000, ਡੀ ਹੈ ਜੀ 18,000। ਤਾਂ ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ। ਸੋ ਇਸ ਦੇ ਵਿੱਚ ਜਿਹੜਾ 24,000 ਜਿਹੜੇ ਨੇ ਉਹ ਸ਼ਲੋਕ ਨੇ ਜੀ, ਯਾਦ ਰੱਖਣਾ ਹੈ। ਔਰ ਇਸ ਤੋਂ ਦੁੱਗਣੀਆਂ ਇਸ ਦੇ ਵਿੱਚ ਜਿਹੜੀਆਂ ਪੰਕਤੀਆਂ ਨੇ ਜੀ 48,000 ਪੰਕਤੀਆਂ ਨੇ। ਔਰ ਇਸ ਦੀ ਰਚਨਾ ਮੰਨੀ ਜਾਂਦੀ ਹੈ ਕਿ ਮਹਾਰਿਸ਼ੀ ਵਾਲਮੀਕ ਦੁਆਰਾ ਕੀਤੀ ਗਈ ਹੈ। ਔਰ ਦੂਸਰਾ ਮਹੱਤਵਪੂਰਨ ਜਿਹੜੀ ਮਹਾਂਕਾਵ ਹੈ ਜੀ ਉਹ ਹੈ ਮਹਾਂਭਾਰਤ। ਸੋ ਇਹ ਦੋਨੋਂ ਮਹਾਂਕਾਵ ਨੇ ਜੀ, ਯਾਦ ਰੱਖਣਾ। ਜੇਕਰ ਪੁੱਛਿਆ ਜਾਏ ਕਿ ਰਮਾਇਣ ਅਤੇ ਮਹਾਂਭਾਰਤ ਕੀ ਨੇ? ਮਹਾਂਕਾਵ ਨੇ ਜੀ। ਮਹਾਂਭਾਰਤ ਦੇ ਵਿੱਚ ਜਿਹੜਾ ਹੈ 1 ਲੱਖ ਤੋਂ ਵੱਧ ਜਿਹੜੇ ਸ਼ਲੋਕ ਨੇ ਜੀ, 18 ਇਸ ਦੇ ਅਧਿਆਏ ਨੇ। ਔਰ ਇਸ ਦੀ ਰਚਨਾ ਜਿਹੜੀ ਹੈ ਵੇਦ ਵਿਆਸ ਦੇ ਦੁਆਰਾ ਕੀਤੀ ਗਈ ਹੈ ਜੀ। ਔਰ ਇਹ ਸੰਸਾਰ ਦੀ ਸਭ ਤੋਂ ਵੱਡੀ ਇੱਕੋ ਇੱਕ ਕਵਿਤਾ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ ਜਿਹੜੇ ਇੰਪੋਰਟੈਂਟ ਕੁਐਸਚਨ ਸੀ ਜੀ। ਵੀਡੀਓ ਵਧੀਆ ਲੱਗੀ ਹੋਏ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਲਾਈਕ ਜ਼ਰੂਰ ਕਰਨਾ, ਔਰ ਕਮੈਂਟ ਕਰਕੇ ਜ਼ਰੂਰ ਜਿਹੜਾ ਹੈ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੇ ਜੀ। ਸੋ ਥੈਂਕ ਯੂ ਜੀ, ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।